ਦੀ ਡੈਣ ਏ ਵੀਰ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ ਇੱਕ ਭੈਣ ਏ ਜਿਹੜੀ ਰੋ ਰੋ ਕਰਦੀ ਵੈਣ ਏ ਤੇ ਵੀਰ ਬੋਲਣ ਜਾਂ ਨਾ ਬੋਲਣ ਵੀਰਾਂ ਪਿੱਛੇ ਹੁੰਦੀ ਛਦੈਣ ਏ ਮਾਂ ਤੋਂ ਬਾਅਦ ਜਿਹੜੀ ਮਾਂ ਦਾ ਫਰਜ਼ ਨਿਭਾਉਂਦੀ ਉਹਨੂੰ ਕਹਿੰਦੇ ਵੱਡੀ ਭੈਣ ਏ ਉਹਨੂੰ ਕਹਿੰਦੇ ਵੱਡੀ ਭੈਣ ਏ। क्या बात है जी, क्या बात है। बिल्कुल जी, ये बात बिल्कुल परफेक्ट है। जिनकी माएँ नहीं है वो बेहतर जानते हैं इसको। और मैं ये ऑन कैमरा बताना चाहता हूँ कि मेरी वालदा को आज गए हुए 7 से 8 साल हो गए हैं, लेकिन मेरी बहनों ने, इवन कि मेरी भाभीयों ने भी कभी मुझे ये फील नहीं होने दिया कि मेरी माँ नहीं है, लेकिन मेरी बहनों ने बहुत अच्छा रोल अदा किया इसमें। और ये बिल्कुल बजा बात है, डायरेक्ट बात है ये। इसके अलावा आप कोई फरमाइश कर जो माएँ बैठी हैं ना अपने बच्चों को लेकर कुर्बानियाँ दे रही हैं, सबसे लड़ रही हैं, मुआशरे से लड़ रही हैं और हर चीज़ का सामना कर रही हैं इस हद तक कि सब छोड़ गए हैं, लेकिन उन्होंने बच्चों को नहीं छोड़ा। उनके लिए एक पोल्ट्री मैं अपने भाई से कहूँगी, दिल से सुना दे बस उस माँ के लिए। माँ के लिए ਜਿਹੜੀ ਮਾਂ ਸਭ ਤੋਂ ਵੱਡਾ ਯੁੱਧਾ ਹੁੰਦਾ ਜੀ। ਮਾਂ ਹਰ ਤਾਕਤ ਦੇ ਨਾਲ ਲੜ ਸਕਦੀ, ਹਾਲਾਂਕਿ ਪਿਓ ਨਹੀਂ। ਅਗਰ ਮਾਂ ਮਰ ਜਾਵੇ ਨਾ ਤਾਂ ਪਿਓ ਦੂਸਰੀ ਸ਼ਾਦੀ ਕਰ ਲੈਂਦਾ, ਤੇ ਅਗਰ ਪਿਓ ਮਰ ਜਾਵੇ ਮਾਂ ਦੂਸਰੀ ਸ਼ਾਦੀ ਕਰਨ ਤੇ ਐਗਰੀ ਨਹੀਂ ਹੁੰਦੀ, ਆਪਣੇ ਬੱਚਿਆਂ ਨੂੰ ਪਾਲਦੀ, ਮਾਸ਼ਰੇ ਦੇ ਨਾਲ ਲੜਦੀ ਹੈ। ਤੇ ਉਹਨਾਂ ਨੂੰ ਦੱਸਣਾ ਚਾਹਾਂਗਾ ਜਿਹੜੇ ਵਾਲਿਦੈਨ ਦੀ ਕਦਰ ਨਹੀਂ ਕਰਦੇ ਕਿ ਮਾਪਿਆਂ ਨੂੰ ਜਿਹੜੇ ਧੱਕੇ ਮਾਰਨ, ਕਮਲੇ ਕੀ ਕਹਿਰ ਗੁਜ਼ਾਰਨ, ਉਹਨਾਂ ਅੱਗੇ ਹੱਥ ਮੈਂ ਜੋੜਾਂ, ਜਨਤਾਂ ਦੀ ਉਹ ਬਾਜ਼ੀ ਹਾਰਨ। ਪੁੱਛ ਉਹਨੂੰ ਜਿਹਦੀ ਮਾਂ ਨਹੀਂ ਹੈਗੀ, ਸਿਰ ਤੇ ਠੰਡੀ ਛਾਂ ਨਹੀਂ ਹੈਗੀ, ਦਰ ਦਰ ਧੱਕੇ ਖਾਂਦੇ ਫਿਰਦੇ। ਨਬੀਲ ਭਾਈ ਵੀ ਬੈਠੇ ਹੋਏ ਨੇ, ਇਹਨਾਂ ਦੀ ਵਾਲਦਾ ਇਸ ਜੱਗ ਤੋਂ ਟੁਰ ਗਈ ਆ। ਪੁੱਛ ਉਹਨੂੰ ਜਿਹਦੀ ਮਾਂ ਨਹੀਂ ਹੈਗੀ, ਸਿਰ ਤੇ ਠੰਡੀ ਛਾਂ ਨਹੀਂ ਹੈਗੀ, ਦਰ ਦਰ ਧੱਕੇ ਖਾਂਦੇ ਫਿਰਦੇ, ਸ਼ਕਲੋਂ ਦੁਖੀ ਲੱਗਣ ਚਰਦੇ। ਮਾਪਿਆਂ ਦੀ ਤੁਸੀਂ ਖਿਦਮਤ ਕਰ ਲਓ, ਮਿੱਠਾ ਕੌੜਾ ਬੋਲ ਵੀ ਜਰ ਲਓ। ਇਹ ਫੁੱਲ ਬਾਗਾਂ ਵਿੱਚ ਖਿਲਣੇ ਨਹੀਂ ਯਾਰ, ਜੇ ਟੁਰ ਗਏ ਮਾਪੇ ਮਿਲਣੇ ਨਹੀਂ, ਟੁਰ ਗਏ ਮਾਪੇ ਮਿਲਣੇ ਨਹੀਂ। बात है मियाँ साहब, क्या बात है। मेरे पास कोई अल्फाज नहीं है इसके अलावा। इन दी एंड लास्ट पे आपकी कोई फरमाइश हो मियाँ साहब से, वो बताएं आप। इनसे एक ही बस फरमाइश है, अभी इन्होंने उन अपनी माँ और मतलब हमारी माँओं के लिए बोला है, उस माँ के लिए क्या पोल्ट्री होगी इनकी, जो सब कुछ छोड़ के, हर रिश्ता छोड़ के अपने बच्चों को पालती हैं और बाद में उनको मुआशरे का सामना करना पड़ता है, गलत बातें सुननी पड़ती हैं, यहाँ तक कि अपने भी छोड़ देते हैं सिर्फ उनके लिए एक लफ्ज़। शायद ये दुनिया इनकी ज़बान कुछ समझ ले। आप समझ लें कि जैसे कि औरत जिस औरत की खिलाफ वर्जी कर रही है, औरत जो मेहनत करती है उसकी खिलाफ वर्जी करते हैं, मजबूरी। तो मैं हजे ती इस टॉपिक ते कोई पोइट्री लिखी नहीं, तो मेरे लिए लिखना कोई मुश्किल काम नहीं गा, क्योंकि मैं पोइट्री ਉਹ ਲਿਖਦਾ ਹੁੰਨਾ ਜਿਹੜੇ ਟੌਪਿਕ ਮੈਨੂੰ ਦੁਨੀਆ ਦਿੰਦੀ ਆ। ਮੈਨੂੰ ਅਲਹਮਦੁਲਿਲਾ ਕੋਈ ਵੀ ਦੁੱਖ ਨਹੀਂਗਾ, ਮੈਂ ਲੋਕਾਂ ਦੇ ਦੁੱਖ ਲਿਖਣਾ, ਅਲਹਮਦੁਲਿਲਾ ਮੈਨੂੰ ਦੁੱਖ ਕੋਈ ਨਹੀਂ। ਭੈਣ ਭਰਾ ਮਾਂ ਪਿਓ ਸਿਰ ਤੇ ਸਲਾਮਤ ਨੇ, ਇਸ ਤੋਂ ਵੱਡਾ ਸੁੱਖ ਕੋਈ ਨਹੀਂ। ਅਕਸਰ ਲੋਕ ਪੁੱਛਦੇ ਬਾਈ ਤੁਹਾਨੂੰ ਕੀ ਦੁੱਖ ਆ, ਮੈਨੂੰ ਦੁਨੀਆ ਦਾ ਕੋਈ ਦੁੱਖ ਨਹੀਂਗਾ, ਅਲਹਮਦੁਲਿਲਾ ਰੱਬ ਦਵੇ ਵੀ ਨਾ। ਲੱਖਾਂ 'ਚ ਰੱਬ ਨੇ ਰੱਖਿਆ, ਮਾਂ ਪਿਓ ਭੈਣ ਭਰਾ ਸਿਰ ਤੇ ਸਲਾਮਤ, ਆਪਣੀ ਨੀਂਦੇ ਸੌਣੇ ਉੱਠਦੇ ਆ। ਭੈਣ ਨੇ ਰਿਕੁਐਸਟ ਕੀਤੀ ਆ ਕਿ ਜਿਹੜੀ ਇੱਕ ਮਾਂ ਵਾ ਆਪਣੇ ਬੱਚਿਆਂ ਲਈ ਸਭ ਕੁਝ ਕਰ ਰਹੀ ਆ ਤੇ ਲੋਕ ਉਹਨੂੰ ਮਾਸ਼ਰਾ ਉਹਨੂੰ ਜੀਣ ਨਹੀਂ ਦਿੰਦਾ। ਇਸ ਟੌਪਿਕ ਤੇ ਮੈਂ ਪੋਇਟਰੀ ਲੈ ਕੇ ਆਵਾਂਗਾ। ਮਾਜ਼ਰਤ ਕਿ ਮੇਰੇ ਕੋਲ ਪੋਇਟਰੀ ਲਿਖੀ ਨਹੀਂ ਹੈ, ਹੋਰ ਜਿਹੜਾ ਵੀ ਤੁਸੀਂ ਟੌਪਿਕ ਹੋ ਮੈਂ ਬੋਲ ਸਕਦਾ। ਤੇ ਮੈਂ ਇੱਕ ਪੈਗਾਮ ਦੇਣਾ ਚਾਹਾਂਗਾ ਕਿ ਔਰਤ ਦੀ ਇੱਜ਼ਤ ਕਰਿਆ ਕਰੋ। ਅੱਗੇ ਇਹਨਾਂ ਨੇ ਪਿਛਲੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਜਿਹੜਾ ਕਿਸੇ ਦੀ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਆਪਣੀ ਫੈਮਿਲੀ ਦੀ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ। ਤੇ ਇੱਜ਼ਤ ਦੇ ਨਾਲ ਬੁਲਾਇਆ ਕਰੋ। ਮੈਂ ਪਹਿਲੇ ਵੀ ਇੱਕ ਗੱਲ ਕਹਿ ਚੁੱਕਿਆ ਕਿ ਮੈਂ ਨਹੀਂ ਜਾਣਦਾ ਇਹ ਸਹੀ ਹੈ ਜਾਂ ਗਲਤ ਆ, ਲੇਕਿਨ ਔਰਤ ਦੀ ਇੱਜ਼ਤ ਕਰਨ ਦਾ ਸਾਨੂੰ ਉੱਪਰੋਂ ਆਰਡਰ ਆਇਆ। ਕਿੱਥੋਂ 1400 ਸਾਲ ਪਹਿਲੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾ ਕੇ ਭੇਜਿਆ, ਔਰਤ ਦੀ ਇੱਜ਼ਤ ਕਰਨਾ ਤੁਹਾਡੇ ਤੇ ਵਾਜਬ ਆ, ਫਰਜ਼ ਆ। ਔਰਤ ਦੀ ਇੱਜ਼ਤ ਕਰਿਆ ਕਰੋ ਔਰਤ ਸਮਝ ਕੇ। ਇਹ ਨਹੀਂ ਕਿ ਉਹ ਮਾਸ਼ਰੇ ਦੇ ਨਾਲ ਗਲਤ ਆ ਤੇ ਤੁਸੀਂ ਉਹਨੂੰ ਗਲਤ ਨਜ਼ਰ ਨਾਲ ਦੇਖੋ, ਨਹੀਂ, ਉਹਦਾ ਆਪਣਾ ਫੇਲ ਆ, ਉਹਨੇ ਆਪਣੀ ਕਬਰੇ ਜਾਣਾ, ਆਪਣਾ ਸਭ ਕੁਝ ਕਰਨਾ, ਲੇਕਿਨ ਤੁਹਾਡੇ ਤੇ ਵਾਜਬ ਆ ਔਰਤ ਦੀ ਇੱਜ਼ਤ ਕਰਿਆ ਕਰੋ। ਖਾਸ ਤੌਰ ਤੇ ਉਸ ਔਰਤ ਦੀ ਹੋਰ ਵੀ ਇੱਜ਼ਤ ਕਰਿਆ ਕਰੋ ਜਿਹੜੀ ਮਜਬੂਰ ਹੋਵੇ, ਆਪਣੇ ਬੱਚਿਆਂ ਲਈ ਲੜ ਰਹੀ ਹੋਵੇ, ਸਟਰਗਲ ਕਰ ਰਹੀ ਹੋਵੇ, ਉਹਦਾ ਸਾਥ ਦਿਆ ਕਰੋ, ਸਹਾਰਾ ਬਣਿਆ ਕਰੋ। ਸਾਨੂੰ ਦੱਸਿਆ ਗਿਆ ਯਤੀਮ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ, ਤੇ ਅਸੀਂ ਰੱਖਦੇ ਨਹੀਂ ਗੇ, ਸਿਰਫ ਗੱਲਾਂ ਹੀ ਕਰਦੇ ਹਾਂ। मियाँ साहब, जैसे कि आपने बताया है कि सैकड़ों की तादाद में आपकी पोइट्रीज आती हैं, हर रिश्ते पर आप पोइट्री करते हैं। मैं एट दी एंड आपकी बात को ख़त्म करने से पहले ये कहूँगा कि आप औरत की इज़्ज़त के बारे में कोई पोइट्री कर दें, औरत की इज़्ज़त के लिए या औरत के बारे में कि औरत का मुकाम क्या है। देखिए वो तो मैंने बातों में बता दिया है कि औरत का क्या मुकाम है। फिर भी लास्ट मैंने पहले भी एक पोइट्री बताई है औरत की इज़्ज़त के बारे में। सबसे पहले मैं जब स्टार्ट की थी वो मैंने इज़्ज़त पे पोइट्री लिखी थी कि ਜਿਹੜਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰਦਾ ਉਹ ਕਦੇ ਉਮੀਦ ਨਾ ਰੱਖੇ। सबसे पहले आपने पोइट्री सुनी भी होएगी कि अज तू किसी की इज्जत ना खेलना, कल को तेरी इज्जत ना खेलेगा। औरत की इज्जत ही ये पोइट्री लिखी सी, दोबारा रिपीट नहीं करना चाहांगा। होर को फरमाया सरकार।
और कोई फरमाइश आपकी हो भाई? बस यही है, इनका शुक्रिया है जो मेरे साथ बैठे हैं। जी भाई, आप इंडियन कोई फरमाइश आ रही हो अपनी? मियाँ दिलदार से यही बोलूँगी कि जिसके साथ ही हम दिल से चलते हैं, मुखलिस होकर चलते हैं, हमें उनके अलावा कुछ नज़र नहीं आता। हम कहते हैं कि चाहे हमारी वो बहन है, कोई रिश्ता भी है, भाई का रिश्ता है, माँ का रिश्ता है, दोस्त का रिश्ता है, किसी भी चीज़ में रिश्ता है, जिसके साथ मुखलिस होकर चला जाए वो रिश्ता छोड़ क्यों जाता है? उसमें हमेशा धोखा क्यों मिलता है? रिश्ते की कदर नहीं होती और धोखा मिल जाता है। देखिए भाई, बात पता क्या है, इसमें गलती हमारी भी होती है थोड़ी। ये जूती है ना, उसका रेट 100 रुपये है। हम जब 500 रुपये रेट लगा देंगे ना, तो ये जूते की हवा खराब हो जाएगी। ऐसे ही लोग होते हैं, हर बंदे का मुकाम होता है, एक उसकी जगह होती है। जब हम किसी कम ज़र्फ को ज़्यादा इज्जत देने लगेंगे ना, वो आपकी इज्जत को मट्टी में मिला देगा। ਤੇ ਪੰਜਾਬੀ 'ਚ ਇੱਕ ਸ਼ੇਰ ਕਹਿਣਾ ਚਾਹਾਂਗਾ ਇੱਥੇ, ਮਾਹੀ ਦੀ ਨਜ਼ਰ ਆ ਕਿ ਨਹੀਂ ਜੁੜਦੇ ਆਬਦ ਜੋੜ ਕਿਸੇ ਤੋਂ ਜਦ ਤੱਕ ਜੋੜੇ ਜੋੜ ਖੁਦਾ ਨਹੀਂ। ਨਹੀਂ ਜੁੜਦੇ ਆਬਦ ਜੋੜ ਕਿਸੇ ਤੋਂ ਜਦ ਤੱਕ ਜੋੜੇ ਜੋੜ ਖੁਦਾ ਨਹੀਂ। ਮਰ ਜਾਂਦੇ ਨੇ ਬਾਲ ਹਕੀਮਾਂ ਦੇ ਜਦ ਤੱਕ ਦੇਵੇ ਰੱਬ ਸ਼ਫਾ ਨਹੀਂ। ਅੱਲਾਹ ਪਾਕ ਦੇ ਹੁਕਮ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਲੱਖ ਬੰਦਾ ਹਕੀਮ ਬਣਿਆ ਫਿਰੇ, ਤਬੀਬ ਬਣਿਆ ਫਿਰੇ, ਮਰ ਜਾਂਦੇ ਨੇ ਬਾਲ ਹਕੀਮਾਂ ਦੇ ਜਦ ਤੱਕ ਦੇਵੇ ਰੱਬ ਸ਼ਫਾ ਨਹੀਂ। ਮਾਹੀ ਉਹ ਵਿਛੜ ਗਿਆ ਤਾਂ ਕੀ ਹੋਇਆ, ਲਿਖੇ ਲੇਖਾਂ ਤੋਂ ਘਬਰਾ ਨਹੀਂ। ਉਹ ਝੱਲੀਏ ਉਹ ਤੇ ਫਿਰ ਵੀ ਗੈਰ ਤੇ ਨਸਲ ਬਗਾਨੀ, ਅੱਜ ਕੱਲ ਰਹਿੰਦੇ ਨਾਲ ਭਰਾ ਨਹੀਂ। क्या बात है जी, क्या बात है भाई। उम्मीद है कि आपको अच्छा लगा होगा एक दफ़ा फिर सुबह टीवी पे आके, और उम्मीद करता हूँ कि लोग इंशाल्लाह आपको अच्छे कमेंट्स में और अच्छे अल्फाज में याद रखेंगे, क्योंकि आपने अपनी स्टोरी पहले कुछ नहीं जानते थे, आपने अपने दिल से ओपनली बता दिया लोगों को कि आप क्या हैं, और मियाँ साहब ने बता दिया है कि औरत क्या है। कम से कम औरत की इज़्ज़त करना जानिए, ताकि आप लोग अपनी माओ बहनों और घर में फैमिली की इज़्ज़त करना जानें। लास्ट पे मैं मियाँ साहब से रिक्वेस्ट करूँगा कि इन्होंने भाइयों को बताया है बीच में शेर के, तो अच्छे भाइयों के लिए, अच्छे बड़े भाइयों के लिए एक पोइट्री, जो बड़ा भाई होता है उसका क्या किरदार है? ਸੁਣ ਕੇ ਜੀ, ਮੇਰਾ ਵੱਡਾ ਭਾਈ ਹੈ, ਮੈਂ ਉਹਦੇ ਤੇ ਲਿਖਿਆ ਸੀ ਕਲਾਮ, ਤੇ ਅੱਜ ਸੁਣਾਵਾਂਗਾ ਕਿ ਪੂਰੇ ਘਰ ਦੀ ਸ਼ਾਨ ਹੁੰਦਾ, ਸਭ ਦਾ ਰੱਖਦਾ ਮਾਣ ਹੁੰਦਾ। ਕੱਲੇ ਬੇਬੇ ਬਾਪੂ ਨਹੀਂ ਯਾਰ, ਵੱਡਾ ਭਰਾ ਵੀ ਸਭ ਦੀ ਜਾਨ ਹੁੰਦਾ। ਘਰ 'ਚ ਕੋਈ ਵੀ ਪਰੇਸ਼ਾਨੀ ਹੋਵੇ, ਵੱਡੇ ਭਰਾ ਤਾਂ ਹੱਸ ਕੇ ਸਹਿੰਦੇ ਨੇ। ਪਿਓ ਤੋਂ ਬਾਅਦ ਵੀ ਇੱਕ ਪਿਓ ਹੁੰਦਾ ਜਿਹਨੂੰ ਵੱਡਾ ਭਰਾ ਕਹਿੰਦੇ ਨੇ। ਹੁਣ ਕਈਆਂ ਬੰਦਿਆਂ ਨੂੰ ਆ ਪੋਇਟਰੀ ਅੱਛੀ ਨਹੀਂ ਲੱਗਦੀ, ਲੇਕਿਨ ਉਹ ਹਰ ਬੰਦੇ ਦਾ ਲਹਿਦਾ ਮੈਂ ਆਪਣੇ ਭਾਈ ਤੇ ਬਣਾਈ ਸੀ। ਮੇਰਾ ਭਾਈ ਬਹੁਤ ਚੰਗਾ, ਉਹਨੇ ਮੈਨੂੰ ਕਦੇ ਪਸੀਨਾ ਨਹੀਂ ਆਣ ਦਿੱਤਾ, ਕਦੇ ਮੇਰੇ ਮੱਥੇ ਤੇ ਤਰੇੜੀ ਨਹੀਂ ਆਣ ਦਿੱਤੀ, ਕਦੇ ਮੈਨੂੰ ਕੰਮ ਨਹੀਂ ਕਰਨ ਦਿੱਤਾ। ਮੈਨੂੰ ਪਸੀਨਾ ਆ ਜਾਵੇ ਉਹ ਕਹਿੰਦਾ ਯਾਰ ਛੱਡ ਦੇ ਤੂੰ, ਮੈਂ ਕਰ ਲਾਂਗਾ, ਤੂੰ ਜਾ ਕੇ ਛਾਵੇਂ ਬਹਿ। ਤੇ ਮੈਂ ਆਪਦੇ ਵੀਰ ਲਈ ਲਿਖੀ ਸੀ। ਹੋਰ ਵੀ ਬੜੀਆਂ ਵੱਡੇ ਭਰਾ ਲਈ ਪੋਇਟਰੀਆਂ ਮੈਂ ਲਿਖਣੀਆਂ। पोइट्री ਤੁਹਾਡੀ ਹੋਵੇ ਸੀ ਵੀਰ ਸ਼ਾਨ ਜਿੰਦ ਅੰਦਰ ਜਾਨ ਹੁੰਦੇ ਨੇ। ਵੀਰ ਵੀਰਾਂ ਦੀ ਸ਼ਾਨ ਹੁੰਦੇ ਤੇ ਵੀਰ ਵੀਰਾਂ ਦੀਆਂ ਬਾਹਾਂ। ਵੀਰਾਂ ਬਾਜ ਮੀਆਂ ਦਿਲਦਾਰ, ਸੁੰਨੀਆਂ ਲੱਗਣ ਥਾਵਾਂ। ਯਾਰ ਵੀਰਾਂ ਨਾਲ ਬਹਾਰਾਂ ਚਮਕਦੀਆਂ, ਮੁਖੜਾ ਇਹਨਾਂ ਦਾ ਲਕੋਵੀਂ ਨਾ। ਬਾਕੀ ਹਰ ਸ਼ੈ ਖੋਲੀ ਰੱਬਾ, ਵੀਰ ਕਿਸੇ ਦੇ ਖੋਵੀਂ ਨਾ, ਵੀਰ ਕਿਸੇ ਦੇ ਖੋਵੀਂ ਨਾ। मेरे भाई के लिए एक पोल्ट्री है असगर। ये आपके भाई के लिए पोइट्री होगी जी, ये भाई के लिए पोइट्री होगी है। तो माही कहना चाह रहे कि असगर भाई के लिए पोइट्री कर दी जाए। ਜੀ ਜੀ, ਅੱਛਾ ਆਪਕੇ ਭਾਈ ਹੈ। ਭੈਣ ਵੱਲੋਂ ਵੀਰ ਦੀ ਨਜ਼ਰ ਹੈ, ਕਹਿੰਦੀ ਕਿ ਨਹੀਂ ਚਾਹੀਦਾ ਵੀਰਾ ਹਿੱਸਾ ਮੇਰਾ ਮਹਿਕਾ ਸਜਾਈ ਰੱਖੀ। ਨਹੀਂ ਚਾਹੀਦਾ ਵੀਰਾ ਹਿੱਸਾ ਮੇਰਾ ਮਹਿਕਾ ਸਜਾਈ ਰੱਖੀ। ਕੁਝ ਨਾ ਦੇਵੀਂ ਭਾਵੇਂ ਬਸ ਪਿਆਰ ਬਣਾਈ ਰੱਖੀ। ਬੱਚਿਆਂ ਦੇ ਜ਼ਿਹਨ 'ਚ ਇਹਦਾ ਮਾਣ ਬਣਾਈ ਰੱਖੀ। ਪਿਓ ਦੇ ਉਸ ਘਰ 'ਚ ਇਹਦੀ ਯਾਦ ਵਸਾਈ ਰੱਖੀ। ਉਹ ਵੀਰਾ ਵੀਰਾ ਧੀਆਂ ਇਸ ਘਰ ਦੀ ਮੈਂ, ਬਸ ਇੰਨਾ ਕੁ ਆਜ਼ਾਦ ਸਜਾਈ ਰੱਖੀ। क्या बात है जी। देखिए नाज़रीन, उन लोगों के लिए एक दफ़ा फिर मैं मैसेज देना चाहूँगा कि ये आप ऑन कैमरा देख रहे हैं कि इस वक्त माही की हालत क्या है। हर किसी के रिश्ते होते हैं, हर किसी के जज्बात होते हैं, चाहे वो औरत हो, चाहे वो बेटी हो, चाहे वो भाई हो, चाहे वो माँ हो, चाहे वो बाप हो। रिश्ते के बिना कोई इंसान इस दुनिया में मौजूद नहीं होता। तो